ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕੀਰਤ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ। ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਪੁਰਬਾਹਰ ਜਾਏ, ਤਰੇ ਤਰ ਕੈ ਪਟ ਤਨ ਸ਼ਰੀਰ ਪੈ ਓਡੇ ਰਹੇ। ਨੈ ਬੋਲਤ ਕੋ ਬੁਲਾਵਤ ਹੈ, ਨਰ ਬੇਖੁਦ ਅੰਤਰ ਧਿਆਨ ਲਹੈ। ਜੁਗੋ ਜੁਗ ਅਟਲ ਸ਼ਬਦ ਗੁਰੂ। ਚਬਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਬਰਕਤਮਈ ਪਾਵਨ ਹਜ਼ੂਰੀ ਅੰਦਰ ਸੰਧਿਆ ਵਕਤ ਤੋਂ ਸਜੇ ਪਾਵਨ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋਂ ਵਡਭਾਗੇ ਹੋ। ਸਤਿਗੁਰਾਂ ਦੀ ਮੁਬਾਰਕ ਹਜ਼ੂਰੀ ਅੰਦਰ ਬੈਠ ਕੇ ਸ਼ੁਭ ਗੁਣ ਪ੍ਰਾਪਤ ਕਰਨ ਦਾ ਸੁਭਾਗ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਲ ਗ੍ਰੰਥ ਦੀ ਕਥਾ, ਜਿਸ ਕਥਾ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਬਾਲ ਬਚਪਨ ਦੀਆਂ ਲੀਲਾਵਾਂ ਕੌਤਕ ਆਪ ਜੀ ਸਰਵਣ ਕਰ ਰਹੇ ਹੋ। ਜਿਵੇਂ ਕਿ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੇਡਾਂ ਖੇਡਾਂ ਦੇ ਵਿੱਚ ਬਾਲਕਾਂ ਨੂੰ ਕਿਵੇਂ ਉਪਦੇਸ਼ ਦਿੰਦੇ ਨੇ। ਇੱਥੋਂ ਤੱਕ ਬਾਬਾ ਮਹਿਤਾ ਕਾਲੂ ਜੀ ਤਿਨਾਂ ਨੂੰ ਗੀਤਾ ਦੇ ਸ਼ਲੋਕ ਪੜ੍ਹ ਕੇ ਤੇ ਸਮਝਾ ਵੀ ਦਿੰਦੇ ਨੇ। ਉਸ ਤੋਂ ਬਾਅਦ ਕੁਝ ਸਮਾਂ ਬਤੀਤ ਹੁੰਦਾ ਹੈ। ਪਹਿਲਾਂ ਗੋਪਾਲ ਪਾਂਧੇ ਕੋਲ ਪੜ੍ਹਨ ਵਾਸਤੇ ਭੇਜਿਆ ਸੀ, ਪਰ ਗੁਰੂ ਸਾਹਿਬ ਜੀ ਨੇ ਗੋਪਾਲ ਪਾਂਧੇ ਦੀਆਂ ਅੱਖਾਂ ਖੋਲ੍ਹੀਆਂ ਨੇ। ਜਿਹੜਾ ਸਹੀ ਲੇਖਾ ਜੋਖਾ ਹੈ ਸਤਿਗੁਰੂ ਜੀ ਨੇ ਉਹ ਸਮਝਾਇਆ ਹੈ। ਹੁਣ ਮੋਹ ਵਸ ਇੱਕ ਪਿਤਾ ਆਪਣੇ ਬਾਲਕ ਨੂੰ ਵੇਖਦਾ ਹੈ, ਜਦੋਂ ਉਹ ਇਹ ਨਹੀਂ ਸਮਝਦਾ ਕਿ ਅਵਤਾਰ ਹੈ, ਰੱਬ ਰੂਪ ਸੰਸਾਰ 'ਤੇ ਆਇਆ ਹੈ। ਉਹ ਕਹਿੰਦਾ ਨਹੀਂ, ਇਹ ਮੇਰਾ ਬੱਚਾ ਹੈ। ਇਸ ਲਈ ਹੁਣ ਮਦਰਸੇ ਦੇ ਵਿੱਚ ਮੌਲਵੀ ਕੋਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਮਹਿਤਾ ਕਾਲੂ ਜੀ ਲੈ ਕੇ ਜਾਂਦੇ ਨੇ।
ਤੇ ਕੱਲ ਆਪਾਂ ਸਰਵਣ ਕੀਤਾ ਕਿ ਮੌਲਵੀ ਵੀ ਜਦੋਂ ਪੜ੍ਹਾਉਣ ਲੱਗਾ ਹੈ, ਪੱਟੀ ਤੇ ਅਲਫ ਲਿਖਾਈ ਹੈ, ਤੇ ਜੋ ਜੋ ਪੜ੍ਹਾਉਂਦਾ ਹੈ ਮੌਲਵੀ ਦੀ ਜ਼ੁਬਾਨ ਚੋਂ ਬਾਅਦ ਦੇ ਵਿੱਚ ਨਿਕਲਦਾ ਹੈ, ਸਤਿਗੁਰੂ ਜੀ ਪਹਿਲਾਂ ਹੀ ਉਹ ਪੂਰਾ ਕਰ ਦਿੰਦੇ ਨੇ। ਮੌਲਵੀ ਵੀ ਹੈਰਾਨ ਹੈ ਕਿ ਫਾਰਸੀ ਜਿਹੜੀ ਹੈ ਉਹ ਬੜੀ ਆਸਾਨ ਨਹੀਂ ਹੈ ਜਿਸ ਤਰੀਕੇ ਨਾਲ ਇਹ ਪੜ੍ਹ ਰਿਹਾ ਹੈ। ਉਹਨੇ ਇੱਥੋਂ ਤੱਕ ਵੀ ਕਿਹਾ ਕਿ 10-10 ਸਾਲ ਤੋਂ ਬੱਚੇ ਪੜ੍ਹ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਪਹਿਲੀ ਵਾਰ ਆਏ ਨੇ, ਉਹਨਾਂ ਦੀਆਂ ਨਜ਼ਰਾਂ ਵਿੱਚ ਬੱਚੇ ਹੀ ਨੇ। ਉਹ ਕਹਿੰਦਾ ਕਿ ਇਹ ਬੱਚਾ ਪਹਿਲੀ ਵਾਰ ਆਇਆ ਹੈ ਤੇ ਪਹਿਲੀ ਵਾਰ ਹੀ ਇਹੋ ਜਿਹੀ ਇਹ ਅਲਫ ਪੜ੍ਹ ਰਿਹਾ ਹੈ, ਇਹੋ ਜਿਹੀ ਫਾਰਸੀ ਪੜ੍ਹ ਰਿਹਾ ਹੈ ਜੋ ਕਿ ਮੈਂ ਕਹਾਂ ਕਿ ਉਹ ਉਚਾਰਨ ਮੈਨੂੰ ਵੀ ਨਹੀਂ ਆਉਂਦਾ। ਤੇ ਹੈਰਾਨ ਹੈ। ਤੇ ਬਾਬਾ ਮਹਿਤਾ ਕਾਲੂ ਜੀ ਨੂੰ ਵੀ ਮੌਲਵੀ ਜੀ ਉਹ ਦੱਸਦੇ ਨੇ ਕਿ ਉਹ ਕੋਈ ਆਮ ਬੱਚਾ ਨਹੀਂ। ਉਹਨਾਂ ਨੇ ਵੀ ਇਹ ਲਫ਼ਜ਼ ਕਹਿ ਦਿੱਤੇ ਕਿ ਇਹ ਅੱਲਾਹ ਦਾ ਰੂਪ ਆਇਆ ਹੈ, ਕੋਈ ਆਮ ਨਹੀਂ ਹੈ। ਆਓ ਅੱਗੇ ਕਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਮੌਲਵੀ 'ਤੇ ਵੀ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਪੁਰ ਬਾਹਰ ਜਾਏ ਤਰ ਤਰ ਕੇ, ਪਟਤਾਨ ਸ਼ਰੀਰ ਪੈ ਪੋੜੇ ਰਹੈ। ਜਦੋਂ ਲੋਕਾਂ ਨੂੰ ਇਹ ਸਮਝ ਆ ਗਈ ਨਾ, ਪ੍ਰਭਾਵਿਤ ਹੋਏ ਗੁਰੂ ਸਾਹਿਬ ਜੀ ਤੋਂ, ਤੇ ਗੁਰੂ ਸਾਹਿਬ ਜੀ ਵੀ ਸਮਝ ਗਏ ਕਿ ਇਹ ਹੁਣ ਮੈਨੂੰ ਆਮ ਬੱਚਾ ਨਹੀਂ ਸਮਝਦੇ, ਮੇਰੇ ਵਿੱਚੋਂ ਕੁਝ ਨਾ ਕੁਝ ਵੇਖ ਰਹੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਪਣਾ ਸੁਭਾਅ ਬਦਲ ਲਿਆ ਤੇ ਮਾਨੋ ਕਿ ਜਿਹੜਾ ਹੈ ਸਿਆਣਿਆਂ ਵਾਲੀਆਂ ਗੱਲਾਂ ਕਰ ਰਹੇ ਸਨ, ਫਿਰ ਮਨ ਨਿਆਣਿਆਂ ਵਰਗੇ ਬਣ ਗਏ ਨੇ। ਬਾਲਕਾਂ ਦੇ ਵਿੱਚ ਜਾ ਕੇ ਉਸੇ ਪ੍ਰਕਾਰ ਖੇਡਣ ਲੱਗ ਪੈਣਾ। ਇਹੋ ਜਿਹਾ ਸੁਭਾਅ ਜਿਹੜਾ ਹੈ ਮਾਨੋ ਕਿ ਕੁਝ ਪਤਾ ਹੀ ਨਾ ਹੋਵੇ ਗੁਰੂ ਸਾਹਿਬ ਜੀ ਨੂੰ, ਕਿਉਂਕਿ ਮਾਲਕ ਦਾ ਜੋ ਸੁਭਾਅ ਹੈ, ਸਤਿਗੁਰੂ ਜੀ ਕਹਿੰਦੇ ਮੈਂ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਆਇਆ, ਨਾ ਕਿ ਕੋਈ ਮੇਰੇ ਨਾਲ ਜੁੜੇ। ਸਿੱਖਿਆ ਵੀ ਸਤਿਗੁਰੂ ਜੀ ਨੇ ਇੱਕੋ ਹੀ ਦਿੱਤੀ ਹੈ ਕਿ ਇੱਕ ਓਅੰਕਾਰ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ, ਵਾਹਿਗੁਰੂ ਦੀ ਭਗਤੀ ਕਰਨੀ ਹੈ। ਹੁਣ ਗੁਰੂ ਸਾਹਿਬ ਜੀ ਜਦੋਂ ਪੁਰ ਬਾਹਰ ਜਾਏ ਤਰੇ ਤਰ ਕੇ, ਪਟਤਾਨ ਸ਼ਰੀਰ ਕੇ ਪੌੜੇ ਰਹੇ, ਜਦੋਂ ਪਿੰਡ ਤੋਂ ਬਾਹਰ ਜਾਂਦੇ ਨੇ ਤੇ ਇੱਕ ਰੁੱਖ ਹੇਠਾਂ ਕੱਪੜਾ ਵਿਛਾ ਕੇ ਸਤਿਗੁਰੂ ਜੀ ਲੇਟ ਜਾਂਦੇ ਹਨ। ਮੈਂ ਬੋਲਤ ਕੋ ਬੁਲਾਵਤ ਹੈ, ਨਰ ਬੇਖੁਦ ਅੰਤਰ ਧਿਆਨ ਲਹੈ। ਜੇ ਕੋਈ ਬੁਲਾਉਂਦਾ ਵੀ ਹੈ ਨਾ ਮਾਲਕ ਨੂੰ, ਤੇ ਉਹਦੇ ਨਾਲ ਉਹਨੂੰ ਬੋਲਦੇ ਨਹੀਂ, ਮਾਨੋ ਕਿ ਸਮਾਧੀ ਵਿੱਚ ਹੁਣ ਟਿਕ ਗਏ ਹਨ। ਭਗਵਾਨ ਪਰ ਕਰ ਮਾਤੇ ਉਠਾਵਤ, ਕਭੀ ਉਠੈ ਨ ਮੋਨ ਗਹੈ। ਜਦੋਂ ਘਰ ਵੀ ਆਉਂਦੇ ਨੇ ਤੇ ਘਰ ਵੀ ਲੇਟ ਜਾਂਦੇ ਨੇ, ਲੰਮੇ ਪੈਂਦੇ ਨੇ। ਮਾਤਾ ਹੁਣ ਉਹ ਗੱਲ ਨਹੀਂ ਵੇਖ ਰਹੀ ਆਪਣੇ ਬੱਚੇ ਵਿੱਚ ਕਿ ਜਦ ਬੱਚਾ ਆਉਂਦਾ ਸੀ ਮੇਰੀ ਗੋਦੀ ਵਿੱਚ ਬੈਠਦਾ ਸੀ, ਅਸੀਂ ਖੇਡਦੇ ਸਾਂ, ਉਸ ਤੋਂ ਬਾਅਦ ਫਿਰ ਪਿੰਡ ਦੇ ਬਾਲਕਾਂ ਦੇ ਨਾਲ ਵੀ ਮੇਰਾ ਬੱਚਾ ਖੇਡਦਾ ਸੀ। ਪਰ ਹੁਣ ਕੁਝ ਤਬਦੀਲੀ ਜਦੋਂ ਦੇਖੀ ਹੈ ਮਾਤਾ ਤ੍ਰਿਪਤਾ ਜੀ ਨੇ, ਤੇ ਕਵੀ ਜੀ ਕਹਿੰਦੇ ਨੇ ਜਦੋਂ ਘਰ ਦੇ ਵਿੱਚ ਵੀ ਆ ਕੇ ਲੇਟਦੇ ਨੇ, ਮਾਤਾ ਜਦੋਂ ਉਠਾਉਂਦੇ ਨੇ ਤੇ ਉੱਠਦੇ ਨਹੀਂ, ਚੁੱਪਚਾਪ ਰਹਿੰਦੇ ਹਨ। ਇੱਕ ਠੋਰ ਪਏ ਜੁਗ ਬਾਸੁਰ ਬੀਤੈ ਹੈ, ਫੇਰ ਕੈ ਮਾਨਹੁ ਐਸੇ ਕਹੈ। ਇਸ ਤਰ੍ਹਾਂ ਲੰਮੇ ਪਿਆਂ ਨੂੰ ਜਿਹੜਾ ਹੈ 2-3 ਦਿਨ ਬਤੀਤ ਹੋ ਗਏ, ਕਿਸੇ ਨਾਲ ਬੋਲਣਾ ਨਹੀਂ, ਕਿਸੇ ਨਾਲ ਕੋਈ ਗੱਲਬਾਤ ਨਹੀਂ, ਇਕਾਂਤ ਜਿਹੜਾ ਹੈ ਆਪਣਾ ਲੇਟੇ ਰਹਿਣਾ। ਤੇ ਮਨੁੱਖਾਂ ਨੇ, ਉੱਥੋਂ ਦੀਆਂ ਨਰ ਨਾਰੀਆਂ ਨੇ, ਸਾਰਿਆਂ ਨੇ ਜਿਹੜਾ ਹੈ, ਬੀਬੀਆਂ ਨੇ, ਭਾਈਆਂ ਨੇ, ਸਾਰਿਆਂ ਨੇ ਜਦੋਂ ਵੇਖਿਆ ਹੈ ਕਿ ਗੁਰੂ ਸਾਹਿਬ ਜੀ ਭਾਵ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਸਤਿਕਾਰਯੋਗ ਨੇ, ਉਹਨਾਂ ਨੇ ਜਦੋਂ ਇਹ ਸਮਰੱਥਾ ਸਮਝੀ ਹੈ ਮਾਲਕ ਦੀ, ਕਹਿਣ ਲੱਗੇ ਹੁਣ ਬੋਲਦੇ ਕਿਉਂ ਨਹੀਂ ਹੈ, ਕੀ ਕਾਰਨ ਹੈ, ਇਹਨਾਂ ਨੂੰ ਕੀ ਹੋ ਗਿਆ ਹੈ। ਮਤਵਾਨ ਬੜੋ ਸੁਰ ਗਿਆਨ ਪਇਓ, ਅਨਜਾਨ ਸਾ ਕੌਣ ਹੈ ਹੇਤੂ।
ਅਸਲ ਦੇ ਵਿੱਚ ਥੋ ਮਤਵਾਨ ਵੱਡੋ ਸੋ ਗਿਆਨ ਭਇਓ ਅਨਜਾਨ ਸਾ ਕੌਣ ਹੈ ਹੇਤੂ। ਕਹਿਣ ਲੱਗੇ ਕਿ ਬੜੇ ਇਹ ਬੁੱਧੀਵਾਨ ਸਨ, ਗਿਆਨਵਾਨ ਸਨ, ਪਰ ਹੋਇਆ ਕੀ ਹੈ, ਇਹ ਆਪਣੇ ਆਪ ਨੂੰ ਅਣਜਾਣ ਕਿਉਂ ਦਿਖਾ ਰਹੇ ਨੇ ਸਾਨੂੰ। ਇਹਨਾਂ ਅੰਦਰ ਤੇ ਸਮਝ ਬੜੀ ਸੀ, ਸੂਝ ਬੜੀ ਸੀ, ਪਰ ਹੋਇਆ ਕਿ ਇੱਕਦਮ ਕਿ ਇਹ ਚੁੱਪ ਹੋ ਗਏ ਹੈ। ਸਮਝ ਤੋਂ ਪਰੇ ਹੈ ਗੱਲ। बेखुद चित्त उदास रहे, कछ होत पायो पर छाओ परे तू। ਹੁਣ ਕਈਆਂ ਦਾ ਸੁਭਾਅ ਹੁੰਦਾ ਹੈ ਨਾ, ਇਹ ਨਜ਼ਰਾਂ ਤੇ ਨਹੀਂ ਲੱਗੀਆਂ ਕਿਤੇ, ਕਿਤੇ ਭੂਤ ਪ੍ਰੇਤ ਦਾ ਸਾਇਆ ਤੇ ਨਹੀਂ ਕਿਤੇ, ਇਹੋ ਜਿਹੀਆਂ ਬੜੀਆਂ ਗੱਲਾਂ ਬਾਤਾਂ ਹੋਣ ਲੱਗ ਪੈਂਦੀਆਂ ਹੈ ਜਦੋਂ ਮੰਨ ਲਓ ਕਿ ਇਹੋ ਜਿਹੀ ਗੱਲ ਹੋਣ ਲੱਗ ਪਵੇ। ਤੇ ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਜਦੋਂ ਕੀਤੀ ਹੈ, ਮਾਲਕ ਜਦੋਂ ਚੁੱਪਚਾਪ ਬੈਠੇ ਨੇ ਤੇ ਚੁੱਪਚਾਪ ਬੈਠੇ ਤੇ ਲੋਕ ਜਿਹੜਾ ਇਹੋ ਜਿਹੀਆਂ ਗੱਲਾਂ ਬਣਾਉਣ ਲੱਗ ਪਏ ਨੇ। ਗੱਲਾਂ ਬਣਾਉਣ ਕੀ ਲੱਗ ਪਏ ਕਿ ਹੋ ਸਕਦਾ ਹੈ ਕਿ ਮੇਰਾ ਇਹ ਬੱਚਾ ਜਿਹੜਾ ਹੈ ਨਾ ਬੋਲ ਨਹੀਂ ਰਿਹਾ, ਇਹਨੂੰ ਕੋਈ ਭੂਤ ਪ੍ਰੇਤ ਦਾ ਸਾਇਆ ਤੇ ਨਹੀਂ ਹੈ, ਇਹਨੂੰ ਕੁਝ ਹੋਰ ਕੋਈ ਗੱਲ ਤਾਂ ਨਹੀਂ। मत दशा दिस आवत सुध न देखी बायन के तू। ਮਸਤ ਹਾਲਤ ਵਿੱਚ ਪਏ ਰਹਿੰਦੇ ਨੇ, ਘਰ ਤੋਂ ਹੁਣ ਬਾਹਰ ਨਹੀਂ ਨਿਕਲਦੇ, ਸ਼ਰੀਫ ਦੀ ਆਪਣੀ ਇਹਨਾਂ ਨੂੰ ਸੁੱਧ ਬੁੱਧ ਨਹੀਂ ਹੈ। ਹੋ ਕੀ ਗਿਆ ਹੈ। सैन पनन नैन उघारत फिर कहे जो जान न पे तू। ਅਸਲ ਦੇ ਵਿੱਚ ਹੁਣ ਤੇ ਅੱਖਾਂ ਵੀ ਨਹੀਂ ਖੋਲਦੇ, ਸਾਰੇ ਵੇਖ ਕੇ ਇਹੋ ਹੀ ਗੱਲ ਕਹਿੰਦੇ ਨੇ ਕਿ ਅਸੀਂ ਤੇ ਇਸ ਭੇਦ ਨੂੰ ਜਾਣਦੇ ਨਹੀਂ। ਹੁਣ ਕੋਈ ਸਿਆਣਾ ਹੀ ਹੈ ਜਾਂ ਕੋਈ ਵੈਦ ਦੱਸ ਸਕਦਾ ਹੈ ਜਾਂ ਕੋਈ ਅਸਲ ਦੇ ਵਿੱਚ ਕੋਈ ਸਿਆਣਾ ਦੱਸ ਸਕਦਾ ਹੈ ਕਿ ਗੁਰੂ ਸਾਹਿਬ ਜੀ ਨੂੰ, ਭਾਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਹੋਇਆ ਕੀ ਹੈ, ਇਹ ਬੋਲਦੇ ਕਿਉਂ ਨਹੀਂ। कालू को चिंत बदी सुत देख विशेष उपाय करे जो बताया। ਅਸਲ ਦੇ ਵਿੱਚ ਬਾਬਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਨੇ ਜਦੋਂ ਆਪਣੇ ਪੁੱਤਰ ਦੀ ਇਹ ਹਾਲਤ ਵੇਖੀ ਹੈ ਨਾ, ਬੜੀ ਚਿੰਤਾ ਵਧੀ ਹੈ ਤੇ ਸੋਚਿਆ ਕਿ ਇਹਦਾ ਕੋਈ ਉਪਾਅ, ਕੋਈ ਜਿਹੜਾ ਹੈ ਯਤਨ ਕਰਨਾ ਚਾਹੀਦਾ ਹੈ, ਕੋਈ ਤਰੀਕਾ ਲੱਭੀਏ ਜਾਂ ਕੋਈ ਵੈਦ ਜਾਂ ਕੋਈ ਹੋਰ ਕੋਈ ਆਪਾਂ ਸਿਆਣਾ ਬੁਲਾ ਕੇ ਲਿਆਈਏ ਤਾਂ ਜੋ ਅਸੀਂ ਪੁੱਛ ਸਕੀਏ ਕਿ ਸਾਡੇ ਬੱਚੇ ਨੂੰ ਹੋਇਆ ਕੀ ਹੈ। फिर मुलाने के पास गयो सब नानक को वृतांत सुनाया। ਬਾਬਾ ਮਹਿਤਾ ਕਾਲੂ ਜੀ ਫਿਰ ਮੌਲਵੀ ਸਾਹਿਬ ਕੋਲ ਗਏ ਨੇ, ਜਾ ਕੇ ਆਪਣੇ ਬੱਚੇ ਦਾ ਜਿਹੜਾ ਹੈ ਸਾਰਾ ਬਿਰਤਾਂਤ ਸੁਣਾਇਆ ਹੈ, ਭਾਵ ਜੋ ਕੁਝ ਉਸ ਸਮੇਂ ਹੋਇਆ ਹੈ ਮੌਲਵੀ ਜੀ ਦੇ ਸਾਹਮਣੇ ਬਾਬਾ ਮਹਿਤਾ ਕਾਲੂ ਜੀ ਨੇ ਸੁਣਾਇਆ ਹੈ। होश पाई पर मोश सब तै को विद पारसी तोहे पढ़ाया। ਹੁਣ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਜਦੋਂ ਦੇ ਤੁਹਾਡੇ ਮਦਰਸੇ ਵਿੱਚ ਆਏ ਨੇ ਨਾ ਮੌਲਵੀ ਜੀ, ਉਦੋਂ ਦੇ ਅਸਲ ਦੇ ਵਿੱਚ ਬਿਲਕੁਲ ਹੋਸ਼ ਹੀ ਭੁੱਲ ਗਏ ਨੇ ਉਹਨਾਂ ਨੂੰ। ਤੁਸੀਂ ਕਿਸ ਢੰਗ ਦੇ ਨਾਲ ਫਾਰਸੀ ਪੜ੍ਹਾਈ ਹੈ, ਕੀ ਕਿਹਾ ਹੈ ਮੇਰੇ ਬੱਚੇ ਨੂੰ, ਜਿਸ ਕਰਕੇ ਮੇਰਾ ਬੱਚਾ ਬੋਲਦਾ ਹੀ ਨਹੀਂ, ਕਿਸੇ ਨਾਲ ਗੱਲਬਾਤ ਹੀ ਨਹੀਂ ਕਰਦਾ। आप चलो शुद्ध लीजिए हेर के पेव लखों की परतै छाया। ਅਸਲ ਦੇ ਵਿੱਚ ਜਿਹੜਾ ਹੈ ਮੌਲਵੀ ਜੀ ਤੁਸੀਂ ਚੱਲ ਕੇ ਦੇਖੋ ਤਾਂ ਸਹੀ, ਖਬਰ ਲਵੋ, ਇਹ ਵੇਖੋ ਕਿ ਉਹਨਾਂ ਦੇ ਕਿਤੇ ਭੂਤ ਪ੍ਰੇਤ ਦਾ ਪਰਛਾਵਾਂ ਤੇ ਨਹੀਂ ਹੈ। ਹੁਣ ਇਹ ਗੱਲਾਂ ਬਾਤਾਂ ਜਦੋਂ 10 ਜਣੇ ਇਹ ਗੱਲ ਕਹਿ ਦੇਣ ਨਾ, ਮਾਂ ਪਿਓ ਟੈਨਸ਼ਨ ਦੇ ਵਿੱਚ ਹੋ ਜਾਂਦੇ ਨੇ, ਵਾਕਈ ਗੱਲ ਇਹੋ ਹੀ ਹੋਏਗੀ। ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ ਹੈ, ਇਸ ਲਈ ਮਾਲਕ ਜੀ ਨੇ ਤੇ ਸਪਸ਼ਟ ਇਹ ਗੱਲ ਸਮਝਾਈ ਹੈ ਕਿ ਅਸਲ ਦੇ ਵਿੱਚ ਜ਼ਿਹਨ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੈ ਨਾ, ਤੇ ਸਭ ਤੋਂ ਵੱਡਾ ਪ੍ਰੇਤ ਤੂੰ ਹੀ ਹੈ। ਤੇ ਜਿਸ ਘਰ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੈ, ਉਹ ਘਰ ਸ਼ਮਸ਼ਾਨ ਘਾਟ ਹੈ। ਇਹ ਆਪਾਂ ਕਈ ਵਾਰ ਬਚਨ ਸਾਂਝੇ ਕੀਤੇ ਨੇ। ਜੇ ਕਰ ਕਬੀਰ, ਬਾਬਾ ਕਬੀਰ ਜੀ ਦਾ ਬਚਨ, ਜੇ ਕਰ ਸਾਧ ਨ ਸੇਵੀਏ ਹਰ ਕੀ ਪੂਜਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੇ। ਤੇ ਗੁਰੂ ਸਾਹਿਬ ਜੀ ਨੇ ਖੁਦ ਬਚਨ ਕਹੇ ਨੇ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਕਹਿੰਦੇ ਸਭ ਤੋਂ ਵੱਡਾ ਜਿੰਨ ਭੂਤ ਕਿਹੜਾ ਹੈ? ਮਾਂ, ਜਿਹੜੀ ਨਾ ਆਪ ਜਪਦੀ ਹੈ ਨਾ ਆਪਣੇ ਬੱਚਿਆਂ ਨੂੰ ਜਪਾਉਂਦੀ ਹੈ। ਗੁਰੂ ਸਾਹਿਬ ਜੀ ਦੇ ਵਚਨ ਨੇ।
ਵਾਰ ਦੇ ਅੰਦਰ। ਸੋ ਇੱਥੇ ਜਿਹੜਾ ਹੈ ਜੋ ਕਿਹਾ ਗਿਆ ਲੋਕਾਂ ਵੱਲੋਂ ਜਾਂ ਫਿਰ ਜ਼ਿਹਨ ਦੇ ਵਿੱਚ ਇਹ ਗੱਲ ਆਈ ਹੈ ਕਿ ਕੀ ਗੱਲ ਹੋ ਗਈ ਹੈ, ਚੰਗਾ ਭਲਾ ਬੱਚਾ ਸੀ, ਕੋਈ ਇਹੋ ਜਿਹੀ ਚੀਜ਼ ਜਾਂ ਕੁਝ ਆਇਆ ਤੇ ਨਹੀਂ ਹੈ, ਤੁਸੀਂ ਜਾ ਕੇ ਵੇਖਣਾ ਕਰੋ। ਕਾਲੂ ਕੇ ਸੰਗ ਮੁਲਾਨਾ ਗਇਓ ਜੈ, ਨਾਨਕ ਜੀ ਦਰ ਪੋੜ ਰਹੇ। ਮੌਲਾਨਾ ਜੀ ਹੁਣ ਬਾਬਾ ਮਹਿਤਾ ਕਾਲੂ ਜੀ ਦੇ ਨਾਲ ਆਏ ਨੇ, ਆ ਕੇ ਉੱਥੇ ਟਿਕੇ ਨੇ, ਉੱਥੇ ਆ ਕੇ ਰੁਕੇ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧਰਤੀ ਤੇ ਪਏ ਹੋਏ ਨੇ। ਹਾਂਜੀ, ਕਾਨ ਸੰਬਿਆਨ ਸ਼ਰੀਰ ਕੇ ਉਪਰ, ਬੇਗਮ ਹੀ ਆਵਨੀ ਪੈ ਆਹੈ। ਉਹਨਾਂ ਦੇ ਸਰੀਰ ਉੱਤੇ ਚਾਦਰ ਪਈ ਹੋਈ ਹੈ, ਜ਼ਮੀਨ ਤੇ ਮਾਨੋ ਕਿ ਅਡੋਲ ਚਿਤ ਹੋ ਕੇ, ਅਚਿੰਤ ਹੋ ਕੇ ਪਏ ਹੋਏ ਹਨ। ਮਾਨਵ ਆਨ ਪਏ ਇਕੱਠੇ ਬਹੁ ਬੈਨ, ਸੁਨੇ ਸ਼ਰਤ ਐਸੇ ਜਹੇ। ਮਾਨਵ ਆਨ ਭਏ ਇਕੱਠੇ, ਬਹੁ ਬੈਨ ਸੁਨੇ ਸ਼ਰੁਤ ਐਸੀ ਚਾਹੇ। ਕਵੀ ਜੀ ਕਹਿੰਦੇ ਨੇ ਹੁਣ ਜਦੋਂ ਸਾਰਿਆਂ ਮਨੁੱਖਾਂ ਨੇ, ਇਸਤਰੀਆਂ ਨੇ ਸੁਣਿਆ ਕਿ ਹਾਂ ਕੋਈ ਆਇਆ, ਸਿਆਣਾ ਆਇਆ ਹੈ, ਆਪਾਂ ਵੀ ਸੁਣੀਏ ਕੀ ਹੋਇਆ, ਕੀ ਹੈ ਇਹਨਾਂ ਨੂੰ, ਸਾਰੇ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਜਿਹੜਾ ਹੈ ਹੁਣ ਅਸਲ ਦੇ ਵਿੱਚ ਸਾਰੇ ਵੇਖਣ ਲੱਗ ਪਏ ਨੇ ਕਿ ਹੁਣ ਮੌਲਵੀ ਸਭ ਕਹਿੰਦੇ ਕੀ ਨੇ, ਕਿ ਗੁਰੂ ਸਾਹਿਬ ਜੀ ਨੂੰ ਕੀ ਹੋਇਆ। ਤੇ ਸਾਰਿਆਂ ਦੀ ਸੁਰਤ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਰੇ ਸੋਚ ਵਿਚਾਰ ਦੇ ਵਿੱਚ ਪਏ ਹੋਏ ਹਨ। ਹੀਰਾਨ ਸਮਾਨ ਤਬੇ ਮਨ, ਹੋਏ ਹੈਰਾਨ ਸੁਭਾਗ ਕਹੈ। ਅਜਿਹੀ ਹਾਲਤ ਵੇਖ ਕੇ ਬਹੁਤ ਹੈਰਾਨ ਹੋਏ ਤੇ ਇੰਨੇ ਪਰੇਸ਼ਾਨ ਹੋ ਗਏ ਕਿ ਉਹ ਬੋਲ ਤੋਂ ਰਹਿਤ ਹੋ ਗਏ। ਕਾਬਿਤ ਜਾਏ ਕੈ ਮੁਲਾਨੇ, ਨੇ ਦੁਆਏ ਕਰੀ ਬੈਸ ਡਿਗ, ਤੁਮ ਪਰ ਮੇਰ ਸੁਪਰਵਰਦਗਾਰ ਕੀ। ਅਸਲ ਦੇ ਵਿੱਚ ਹੁਣ ਮੌਲਾਨਾ ਜੀ ਕੀ ਕਹਿਣ ਲੱਗੇ ਗੁਰੂ ਸਾਹਿਬ ਜੀ ਨੂੰ, ਜਾਏ ਕੈ ਮੌਲਾਨੇ ਨੇ ਦੁਆਏ ਕਰੀ ਬੈਸ ਢਿਗ। ਗੁਰੂ ਸਾਹਿਬ ਜੀ ਕੋਲ ਬਹਿ ਕੇ ਇਹ ਬੇਨਤੀ ਕੀਤੀ, ਤੁਮ ਪਰ ਮਿਹਰ ਸੁਪਰਵਰਦਗਾਰ ਕੀ। ਤੁਹਾਡੇ ਉੱਤੇ ਤੇ ਰੱਬ ਦੀ, ਪਰਵਦਗਾਰ ਅੱਲਾਹ ਦੀ ਨਜ਼ਰੇ ਰਹਿਮਤ ਹੈ। ਬੈਸ ਲਗ ਮਾਏ ਪਈ ਬੇ ਸੇ ਮੁਖੀ ਵਿਸ਼ੇਸ਼ ਤਵ, ਗੀਰਾ ਮੁਖ ਮਾਧੁਰੀ ਸਭਿਨ ਹਿਤਕਾਰ ਕੀ। ਅਸਲ ਦੇ ਵਿੱਚ ਤੁਹਾਨੂੰ ਵਿਸ਼ੇਸ਼ ਸ੍ਰੇਸ਼ਟ ਬੁੱਧੀ ਅਕਾਲ ਪੁਰਖ ਨੇ ਦਿੱਤੀ ਹੈ, ਰੱਬ ਨੇ ਦਿੱਤੀ ਹੈ। ਤੁਹਾਡਾ ਸੁੰਦਰ ਮੁਖੜਾ ਹੈ ਤੇ ਮਿੱਠੇ ਬੋਲ ਸਾਰਿਆਂ ਨੂੰ ਚੰਗੇ ਲੱਗਦੇ ਨੇ, ਤੁਸੀਂ ਬੋਲਦੇ ਕਿਉਂ ਨਹੀਂ। ਸ਼ੁਭ ਹੈ ਸੁਭਾਅ ਪਰ ਓ ਪਾਓ ਸੋਭ ਸਭਿਨ, ਸੰਗਤ ਬਦੇ ਕੋ ਪ੍ਰਭਾਵ, ਰੀਤ ਜਸ ਵਿਸਤਾਰ ਕੀ। ਅਸਲ ਦੇ ਵਿੱਚ ਸ਼ੁਭ ਹੈ ਸੁਭਾਉ, ਭਰਿਓ ਭਾਉ ਸੋ ਸਭਨ ਸੰਗ, ਬਦੇ ਗੋ ਪ੍ਰਭਾਉ, ਰੀਤ ਜਸ ਵਿਸਤਾਰ ਕੀ। ਕਹਿਣ ਲੱਗੇ ਅਸਲ ਦੇ ਵਿੱਚ ਤੁਹਾਡਾ ਜਿਹੜਾ ਹੈ ਨਾ ਸੁਭਾਅ ਬੜਾ ਸ਼ੋਭਨੀਕ ਹੈ, ਚੰਗਾ ਹੈ, ਪ੍ਰੇਮ ਦੇ ਨਾਲ ਤੁਸੀਂ ਭਰੇ ਹੋਏ ਹੋ, ਸਾਰਿਆਂ ਦੇ ਨਾਲ ਤੁਹਾਡਾ ਮੇਲ ਮਿਲਾਪ ਹੈ, ਪਿਆਰ ਬਣਿਆ ਹੋਇਆ ਹੈ ਤੇ ਤੁਹਾਡਾ ਤੇਜ ਪ੍ਰਤਾਪ ਹੈ, ਸਾਰੇ ਪਾਸੇ ਜਿਹੜਾ ਹੈ ਮਾਨੋ ਕਿ ਖਿਲਰਿਆ ਹੋਇਆ ਹੈ ਤਲਵੰਡੀ ਦੇ ਵਿੱਚ, ਜਿੱਥੇ ਜਿੱਥੇ ਵੀ ਪਤਾ ਹੈ। ਤੇ ਜਿਉਂ-ਜਿਉਂ ਪਤਾ ਚੱਲੇਗਾ ਤੁਹਾਡਾ ਜਿਹੜਾ ਹੈ ਮਾਨੋ ਪ੍ਰਭਾਵ, ਤੇਜ ਪ੍ਰਤਾਪ ਸੰਪੂਰਨ ਸ੍ਰਿਸ਼ਟੀ ਅੰਦਰ ਖਿਲਰੇਗਾ, ਵਿਸਥਾਰ ਹੋਏਗਾ। ਤੇ ਇਸ ਲਈ ਤੁਸੀਂ ਜਿਹੜਾ ਹੈ ਕਿਰਪਾ ਕਰੋ। ਆਨੰਦ ਤੇ ਤੂਸ਼ਨ ਕੋ ਕਾਰਨ ਹੈ ਕੌਣ ਪਨੋ, ਫੇਰ ਤੁਮੇ ਤਾਤ ਸੁਧ ਤਾਜੀ ਕਰ ਬਾਰ ਕੀ। ਅਸਲ ਦੇ ਵਿੱਚ ਮੇਰੇ ਆਉਣ ਦਾ ਇਹੋ ਹੀ ਕਾਰਨ ਹੈ ਕਿ ਤੁਸੀਂ ਦੱਸਣਾ ਕਰੋ, ਆਨੰਦ ਤੇ ਤੂਸ਼ਨ ਕੋ ਕਾਰਨ ਹੈ ਕੌਣ ਭਨੋ। ਤੂਸ਼ਨ ਦਾ ਅਰਥ ਚੁੱਪ ਰਹਿਣਾ, ਤੁਹਾਡੇ ਚੁੱਪ ਰਹਿਣ ਦਾ ਕਾਰਨ ਕੀ ਹੈ, ਖਾਮੋਸ਼ ਰਹਿਣ ਦਾ ਕੀ ਕਾਰਨ ਹੈ। ਤੁਹਾਡੀ ਇਹ ਹਾਲਤ ਵੇਖ ਕੇ ਤੁਹਾਡੇ ਪਿਤਾ ਜੀ, ਤੁਹਾਡੀ ਮਾਤਾ ਜੀ, ਸਾਰਿਆਂ ਨੂੰ ਜਿਹੜਾ ਹੈ ਨਾ ਸੁੱਧ ਬੁੱਧ ਭੁੱਲੀ ਪਈ ਹੈ, ਉਹ ਵੀ ਪਰੇਸ਼ਾਨ ਹਨ। ਦੋਇਰਾ ਮਾਸ਼ਟ ਕਰੀ ਨਾਨਕ ਤਬੈ, ਗਇਓ ਨਾ ਉਤਰ ਕੋਏ, ਦੀਨ ਪਇਓ ਮੁੱਲਾ ਹਿਰਦੈ, ਬਉਰੋ ਬਚਨ ਬਗੋਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹ ਗੱਲਾਂ ਸੁਣ ਕੇ ਤਾਂ ਵੀ ਮਸਤੀ ਰਹੇ ਨੇ, ਕੁਝ ਨਹੀਂ ਜਵਾਬ ਦਿੱਤਾ ਮਾਲਕ ਨੇ।
ਕੋਈ ਉੱਤਰ ਨਹੀਂ ਦਿੱਤਾ। ਤੇ ਮੌਲਵੀ ਜੀ ਮੁੱਲਾ ਜੀ ਹਿਰਦੇ ਵਿੱਚ ਬੜਾ ਜਿਹੜਾ ਨਾ ਮਨੋਂ ਅਧੀਨ ਹੋ ਕੇ, ਕਹਿ ਲਓ ਨਿਮਾਣਾ ਹੋ ਕੇ, ਅੰਦਰੋਂ ਇੱਕ ਜੋਦੜੀ ਕੀਤੀ ਹੈ, ਬਗੋਏ। ਬਗੋਏ ਅਰਥ ਵੀ, ਇਹ ਸ਼ਬਦ ਵੀ ਜਿਹੜਾ ਹੈ ਨਾ ਫਾਰਸੀ ਦਾ। ਫਿਰ ਮੌਲਵੀ ਜੀ ਨੇ ਫਿਰ ਇਹ ਗੱਲ ਆਖੀ, भैया आए खरे नर पास जीते कह बैन सुने मन चाहे। ਆ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਨਾ ਆਸੇ ਪਾਸੇ ਤੁਹਾਡੇ, ਵੇਖੋ ਤਾਂ ਸਹੀ, ਆ ਜਿੰਨੇ ਵੀ ਖੜੇ ਨੇ, ਇਹ ਤੁਹਾਡੇ ਮੁਖ ਤੋਂ ਜਿਹੜਾ ਹੈ ਬਚਨ ਕੁਝ ਸੁਣਨਾ ਚਾਹੁੰਦੇ ਨੇ, ਇਸ ਲਈ ਤੁਹਾਡੇ ਕੋਲ ਜਿਹੜਾ ਹੈ ਇਰਦ ਗਿਰਦ ਖੜੇ ਹਨ। आनंदित न बोलत हो बच होवत रंजरी तैसा बही। ਤੁਹਾਡੇ ਮਾਤਾ ਪਿਤਾ ਹੀ ਨਹੀਂ, ਆ ਤਲਵੰਡੀ ਦੇ ਜਿਤਨੇ ਵੀ ਲੋਕ ਨੇ ਨਾ, ਜਿਨ੍ਹਾਂ ਦਾ ਤੁਹਾਡੇ ਨਾਲ ਬੜਾ ਪਿਆਰ ਹੈ, ਸਾਰੇ ਬੜੇ ਦੁਖੀ ਨੇ, ਪਰੇਸ਼ਾਨ ਨੇ ਕਿ ਤੁਸੀਂ ਬੋਲਦੇ ਨਹੀਂ। ਤੁਹਾਨੂੰ ਹੋਇਆ ਕੀ ਹੈ? मोए कहे तुम बोलो थोड़े सा मानी हरानी सो कैसे कही। ਇਸ ਲਈ ਜਿਹੜਾ ਹੈ ਮੇਰੇ ਕਹੇ ਤੇ ਥੋੜਾ ਜਿਹਾ ਤੇ ਬੋਲ ਦੋ ਨਾ, ਬੇਨਤੀ ਕੀਤੀ ਜਾ ਰਹੀ, ਥੋੜਾ ਤੇ ਬੋਲੋ ਨਾ। ਇਹ ਤੇ ਦੱਸ ਦਿਓ ਕਿ ਇੰਨੀ ਹੈਰਾਨੀ ਜਿਹੜਾ ਮੰਨੀ ਹੈ, ਕੀ ਕਾਰਨ ਹੈ, ਕਿਸ ਵਜੋਂ ਤੁਸੀਂ ਚੁੱਪ ਹੋ? हेत खुदाए उठो एक बार उचार करो और जैसे अही। ਚਲੋ ਸਾਡੇ ਲਈ ਨਹੀਂ ਤੇ ਫਿਰ ਰੱਬ ਦਾ ਵਾਸਤਾ ਤੁਹਾਨੂੰ, ਤੁਸੀਂ ਉੱਠ ਪਾਉਣ, ਰੱਬ ਵਾਸਤੇ ਤੇ ਉਠੋ। ਜਿਸ ਤਰ੍ਹਾਂ ਵੀ ਤੁਹਾਡੇ ਹਿਰਦੇ ਵਿੱਚ ਆਉਂਦਾ ਹੈ, ਕੋਈ ਬਚਨ ਸੁਣਾ ਦਿਓ ਸਾਨੂੰ। अड़िल मुल्ला के सुन बैन दिन अत जो भयो बोरो हेत खुदाए नाम मुक्ति हेत खुदाए नाम मुक्ति कहो। ਮੁੱਲਾ ਕੀ ਸੁਨ ਬੈਨ ਦੀਨ ਅਤ ਜੋ ਭਇਓ ਬਹੁਰੋ ਹੇਤ ਖੁਦਾਏ ਨਾਮ ਮੁਖ ਤੇ ਕਹਿਓ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਮੁੱਲਾ ਜੀ ਦੇ ਬਚਨ ਜਦੋਂ ਬੜੇ ਨਿਮਾਣੇ ਜੇ ਸੁਣੇ ਨੇ ਨਾ, ਤੇ ਫਿਰ ਜਦੋਂ ਖੁਦਾ ਦਾ ਵਾਸਤਾ, ਰੱਬ ਦਾ ਵਾਸਤਾ ਦਿੱਤਾ ਗਿਆ, ਤੇ ਗੁਰੂ ਸਾਹਿਬ ਜੀ ਨੇ ਫਿਰ ਆਪਣੇ ਮੁਖਾਰਬਿੰਦ ਤੋਂ ਜਿਹੜਾ ਹੁਣ ਬਚਨ ਆਖਣ ਲੱਗੇ ਹਨ। दोनों चशम कुसाद निश सत तय का मुहे हे बोले राग तिलंग शब्द जो दुख दहे। ਦੋਨੋਂ ਚਸ਼ਮ ਕੁਸਾਦ, ਅਸਲ ਦੇ ਵਿੱਚ ਜਿਹੜਾ ਚਸ਼ਮ ਦਾ ਅਰਥ ਹੁੰਦਾ ਹੈ, ਇਹ ਫਾਰਸੀ ਦਾ ਲਫ਼ਜ਼ ਹੈ, ਅੱਖਾਂ। ਗੁਰੂ ਸਾਹਿਬ ਜੀ ਨੇ ਆਪਣੇ ਪਾਵਨ ਨੇਤਰ ਖੋਲੇ ਨੇ, ਅੱਖਾਂ ਖੋਲੀਆਂ ਨੇ, ਤੇ ਤਿਲੰਗ ਰਾਗ ਦੇ ਵਿੱਚ ਫਿਰ ਦੁੱਖਾਂ ਦਾ ਨਾਸ਼ ਕਰਨ ਵਾਸਤੇ ਇੱਕ ਸ਼ਬਦ ਦਾ ਉਚਾਰਨ ਕੀਤਾ ਹੈ। श्री मुखवाक दुनिया मुकामे फानी तहकीक दिलदानी मम सर हुए अजराइल गिरफ्त दिल हेच नदानी। ਗੁਰੂ ਸਾਹਿਬ ਜੀ ਨੇ ਇਹ ਜਦੋਂ ਪਾਵਨ ਬਾਣੀ ਦੇ ਦਰਸ਼ਨ ਕਰੋਗੇ ਨਾ, ਤਿਲੰਗ ਰਾਗ ਦੀ ਆਰੰਭਤਾ ਹੁੰਦੀ ਹੈ, 721 ਅੰਗ ਤੇ ਇਹ ਸ਼ਬਦ ਜਿਹੜਾ ਹੈ ਸੁਭਾਇਮਾਨ ਹੈ, ਜੋ ਮਾਲਕ ਨੇ ਫਾਰਸੀ ਦੇ ਵਿੱਚ ਉਚਾਰਨ ਕੀਤਾ ਹੈ। ਆਰੰਭਤਾ ਹੈ, ਯਕ ਅਰਜ ਗੁਫਤਮ ਪੇਸ਼ ਤੋਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਤਗਾਰ। ਤੇ ਅੱਗੇ ਇਹ ਜਿਹੜਾ ਹੈ ਰਹਾਉ ਦਾ ਬੰਦ ਹੈ, ਜੋ ਇੱਥੇ ਕਵੀ ਜੀ ਨੇ ਗੁਰੂ ਸਾਹਿਬ ਜੀ ਦੇ ਪਰਥਾਏ, ਜੋ ਮਾਲਕ ਜੀ ਨੇ ਕਿਰਪਾ ਕੀਤੀ ਹੈ, ਜਿਤਨੇ ਵੀ ਖੜੇ ਸਨ ਉਹਨਾਂ ਦੇ ਪਰਥਾਏ ਤੇ ਮੌਲਵੀ ਦੇ ਪਰਥਾਏ, ਉਹਨੂੰ ਸੋਝ, ਉਹਨੂੰ ਸਮਝ ਦੇਣ ਵਾਸਤੇ ਕਿ ਮਾਲਕ ਤੇ ਇਹ ਫਾਰਸੀ ਭਾਸ਼ਾ ਕੀ ਹੈ, ਹਰ ਇੱਕ ਭਾਸ਼ਾ ਦੇ ਗਿਆਤਾ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਦੁਨੀਆ ਮੁਕਾਮੇ ਫਾਨੀ, ਮੁਕਾਮ ਦਾ ਅਰਥ ਹੁੰਦਾ ਟਿਕਾਣਾ, ਫਾਨੀ ਦਾ ਅਰਥ ਹੁੰਦਾ ਹੈ ਨਾਸ਼ ਹੋਣ ਵਾਲੀ। ਦੁਨੀਆ ਇੱਕ ਨਾਸ਼ਵੰਤ ਟਿਕਾਣਾ ਹੈ। ਤਹਿਕੀਕ ਦਿਲਦਾਨੀ, ਗੁਰੂ ਸਾਹਿਬ ਜੀ ਕਹਿੰਦੇ ਇਸ ਨੂੰ ਆਪਣੇ ਮਨ ਦੇ ਵਿੱਚ ਤੁਸੀਂ ਸੱਚ ਕਰਕੇ ਜਾਣਿਓ, ਝੂਠ ਨਾ ਮੰਨਿਓ ਕਿਤੇ। ਸਦੀਵੀ ਨਹੀਂ ਅਸੀਂ ਇੱਥੇ।
ਕੁਝ ਸਮੇਂ ਲਈ ਆਏ। ਉਹ ਸਮਾਂ ਕਿਤਨਾ ਕੁ ਕਿਸੇ ਕੋਲ ਕੋਈ ਪਤਾ ਨਹੀਂ ਹੈ। ਤੇ ਸੱਚਾਈ ਹੈ। ਅਸੀਂ ਆਪਣੀਆਂ ਅੱਖਾਂ ਦੇ ਨਾਲ ਗਰਭ ਦੇ ਵਿੱਚ ਮੌਤ ਹੁੰਦੀ ਵੀ ਵੇਖੀ ਹੋਏਗੀ, ਸੁਣਿਆ ਹੋਏਗਾ। ਵੇਖਿਆ ਤੇ ਕੀ ਹੈ ਕਿ ਹਾਂ ਉਹ ਪੈਦਾ ਹੋਣ ਤੋਂ ਪਹਿਲਾਂ ਹੀ ਸਵਾਸ ਛੱਡ ਗਿਆ। ਸੁਣਿਆ ਹੋਏਗਾ, ਖਬਰਾਂ ਆਉਂਦੀਆਂ ਨੇ। ਕੋਈ ਪੈਦਾ ਹੋਣ ਦੇ ਚੰਦ ਮਿੰਟ ਬਾਅਦ ਚਲਾ ਗਿਆ। ਕੋਈ ਬਚਪਨ ਵੀ ਨਹੀਂ ਪੂਰਾ ਦੇਖ ਸਕਿਆ, ਉਹ ਚਲਾ ਗਿਆ। ਤੇ ਕਿਸੇ ਨੇ ਜਵਾਨੀ ਵੀ ਪੂਰੀ ਨਹੀਂ ਦੇਖੀ, ਉਹ ਸੰਸਾਰ ਤੋਂ ਚਲਾ ਗਿਆ। ਤੇ ਤੀਸਰਾ ਪੜਾਅ ਬੁਢੇਪਾ ਹੈ। ਬੁਢੇਪੇ ਵਿੱਚ ਆ ਕੇ ਵੀ ਉਹਨੇ ਜਾਣਾ ਹੀ ਹੈ ਸੰਸਾਰ ਤੋਂ। ਗੁਰੂ ਸਾਹਿਬ ਜੀ ਕਹਿੰਦੇ ਇਹ ਸੱਚ ਕਰਕੇ ਜਾਣਿਓ, ਆ ਦੁਨੀਆ ਜਿਹੜਾ ਟਿਕਾਣਾ ਹੈ ਨਾ, ਇਹ ਨਾਸ਼ਵੰਤ ਹੈ। ਤੇ ਅੱਗੇ ਮਾਲਕ ਜੀ ਸਮਝਾਉਂਦੇ ਹਨ, ਰਹਾਉ ਚੌਪਈ ਮਮ ਸਰ ਮੋਏ ਅਜਰਾਇਲ ਗਰਿਫਤਹ ਦਿਲ ਹੇਚ ਨਾ ਦਾਨੀ। ਕਹਿਣ ਲੱਗੇ ਕਿ ਮੌਤ ਦੇ ਦੂਤ ਜਿਹੜੇ ਨੇ ਨਾ, ਅਜ਼ਰਾਇਲ, ਇਸਲਾਮ ਮਤ ਦੇ ਵਿੱਚ ਅਜ਼ਰਾਇਲ ਕਹਿ ਦਿੰਦੇ ਆ, ਤੇ ਹੋਰ ਸ਼ਾਸਤਰਾਂ ਦੇ ਵਿੱਚ ਯਮਰਾਜ ਕਹਿ ਦਿੰਦੇ ਆ। ਤੇ ਇਸ ਲਈ ਗੁਰੂ ਸਾਹਿਬ ਜੀ ਹੁਣ ਮੌਲਵੀ ਸਾਹਿਬ ਨੂੰ ਇਹ ਗੱਲ ਸਮਝਾ ਰਹੇ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ। ਕਹਿਣ ਲੱਗੇ, ਮੌਲਵੀ ਜੀ, ਮੌਤ ਦਾ ਜਿਹੜਾ ਫਰਿਸ਼ਤਾ ਹੈ ਨਾ ਅਜ਼ਰਾਇਲ, ਉਸਨੇ ਮੈਨੂੰ ਜਿਹੜਾ ਹੈ ਵਾਲਾਂ ਤੋਂ ਫੜਿਆ ਹੋਇਆ ਹੈ। ਕਹਿਣ ਤੋਂ ਭਾਵ ਇਹ ਹੈ ਮੌਤ ਸਿਰ ਤੇ ਖੜੀ ਹੈ, ਤੇ ਜਿੱਦਣ ਸਵਾਸ ਖਤਮ ਹੋਏ ਨਹੀਂ ਅਗਲੀ ਨੇ ਉਸੇ ਵੇਲੇ ਹੀ ਲੈ ਜਾਣਾ ਹੈ। ਬਾਬਾ ਰਵਿਦਾਸ ਜੀ ਵੀ ਕਹਿੰਦੇ ਨੇ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਮੁਸਾਫਰੀ ਬੜੀ ਲੰਮੀ ਹੈ। ਸਵੇਰੇ ਉੱਠੀਦਾ ਰਾਤ ਪੈ ਜਾਂਦੀ ਹੈ, ਰਾਤ ਸੌਂ ਜਾਈਦਾ ਸਵੇਰ ਹੋ ਜਾਂਦੀ ਹੈ। ਮੁਸਾਫਰੀ ਕਰ ਰਹੇ ਹਾਂ ਅਸੀਂ, ਤੇ ਮੁੱਕਣੀ ਤੇ ਹੈ ਹੀ ਹੈ ਇੱਕ ਦਿਨ। ਸਿਰ ਤੇ ਮੌਤ ਖੜੀ ਹੈ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਇਸ ਫਰਿਸ਼ਤੇ ਨੇ, ਇਸ ਮੌਤ ਨੇ ਜਿਹੜਾ ਹੈ ਮਾਨੋ ਕਿ ਮਨੁੱਖ ਨੂੰ ਕਾਬੂ ਕੀਤਾ ਹੋਇਆ ਆਪਣੇ ਵਿੱਚ। ਤੇ ਆਪਣੇ ਦਿਲ ਵਿੱਚ ਮੈਨੂੰ ਜਿਹੜਾ ਹੈ ਇਸ ਤਰ੍ਹਾਂ ਦਾ ਜ਼ਰਾ ਵੀ ਪਤਾ ਨਹੀਂ, ਕਿਸੇ ਨੂੰ ਵੀ ਨਹੀਂ ਪਤਾ ਕਿਹੜਾ ਸੋਚ ਕੇ ਬੈਠਾ ਹੈ। ਤੇ ਜੇ ਇੱਦਾਂ ਸਾਰੇ ਸੋਚਣ ਲੱਗ ਪੈਣ ਤੇ ਨਾ ਕੋਈ ਅਪਰਾਧ ਹੋਵੇ, ਨਾ ਕੋਈ ਪਾਪ ਹੋਵੇ, ਹਰ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਫਿਰੇ। ਕਿਉਂਕਿ ਸਾਨੂੰ ਇਹ ਨਹੀਂ ਨਾ ਇਲਮ ਹੈਗਾ, ਇਹ ਨਹੀਂ ਨਾ ਸਮਝ ਕਿ ਹਾਂ ਮੌਤ ਸਾਡੇ ਸਿਰ ਤੇ ਖੜੀ ਹੈ। ਅਗਲਾ ਸਾਹ ਲੈਣਾ ਹੈ ਕਿ ਨਹੀਂ ਲੈਣਾ, ਇਹ ਵੀ ਨਹੀਂ ਪਤਾ ਸਾਨੂੰ। ਸੱਚਾਈ ਤੇ ਇਹ ਹੈ। ਤੇ ਸੱਚਾਈ ਨੂੰ ਜਿੰਨੀ ਛੇਤੀ ਅਸੀਂ ਸਮਝ ਜਾਵਾਂਗੇ, ਉਨੀ ਛੇਤੀ ਅਕਾਲ ਪੁਰਖ ਦੇ ਨਾਲ ਸੁਰਤ ਜੁੜਨ ਲੱਗ ਪਏਗੀ। ਤੇ ਜਿੰਨਾ ਚਿਰ ਅਸੀਂ ਇਹ ਸਮਝਾਂਗੇ ਕੋਈ ਨਹੀਂ, ਬਹੁਤ ਲੰਮੀ ਉਮਰ ਹੈ ਤੇ ਹੁਣ ਬੁਢੇਪੇ ਵਾਲਾ ਤੇ ਵਿਚਾਰਾ ਨਹੀਂ ਸੋਚ ਸਕਦਾ। ਉਹ ਤੇ ਕੇਵਲ ਸਾਲ ਸੋਚੇਗਾ ਕਿ ਮੈਂ 60 ਸਾਲ ਦਾ ਹੋ ਗਿਆ, ਅਜੇ ਕੋਈ ਨਹੀਂ, ਅਜੇ ਸਾਲ ਪਏ ਨੇ। ਮੇਰੇ ਵਰਗਾ ਜਵਾਨੀ ਵਿੱਚ ਉਹ ਕਹੇਗਾ ਕੋਈ ਗੱਲ ਨਹੀਂ, ਜੇ ਬੁਢੇਪਾ ਆਉਣ ਵਾਲਾ ਫਿਰ ਕੀ ਹੈ। ਬਚਪਨ ਵਾਲਾ ਇਹ ਸੋਚਦਾ ਹੈ ਕਿ ਚਲੋ ਕੋਈ ਨਹੀਂ, ਅਜੇ ਜਵਾਨੀ ਆਉਣੀ, ਬੁਢੇਪਾ ਆਉਣਾ, ਬੜੀ ਲੰਮੀ ਉਮਰ ਹੈ। ਕਿਉਂਕਿ ਉਹਨੇ ਵੇਖਿਆ, ਤਿੰਨੇ ਅਵਸਥਾਵਾਂ ਨੂੰ ਵੇਖਿਆ, ਤਿੰਨੇ ਅਵਸਥਾਵਾਂ ਨੂੰ ਵੇਖ ਰਿਹਾ। ਬਜ਼ੁਰਗ ਕਿਉਂ ਘਬਰਾਉਂਦਾ ਹੈ? ਕਿਉਂਕਿ ਉਹਨੂੰ ਅਗਲਾ ਕੋਈ ਪੜਾਅ ਦਿਖਦਾ ਨਹੀਂ। ਇਸ ਲਈ ਜਿਹੜਾ ਹੈ ਬਜ਼ੁਰਗੀ ਅਵਸਥਾ ਵਿੱਚ ਸੁਰਤ ਜੋੜਨਾ ਉਹ ਸ਼ੁਰੂ ਕਰ ਦਿੰਦਾ ਹੈ ਕਿ ਹੁਣ ਜਿਹੜਾ ਹੈ ਅਸਲ ਦੇ ਵਿੱਚ ਰੱਬ ਰੱਬ ਕਰ ਲਈਏ, ਕਿਉਂਕਿ ਅਗਲਾ ਪੜਾਅ ਸਾਨੂੰ ਨਹੀਂ ਦਿਖਦਾ। ਹੁਣ ਉਹ ਮੇਰੇ ਵਰਗਾ ਤਾਂ ਕਹਿੰਦਾ ਬਜ਼ੁਰਗੀ ਅਵਸਥਾ ਹੈਗੀ ਜੇ, ਕੋਈ ਗੱਲ ਨਹੀਂ। ਪਰ ਅਸਲ ਦੇ ਵਿੱਚ ਮਾਲਕ ਜੀ ਕਹਿੰਦੇ ਮੌਤ ਨਹੀਂ ਇਸ ਚੀਜ਼ ਨੂੰ ਵੇਂਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਵੀ ਨਹੀਂ ਪਤਾ ਮੌਤ ਸਿਰ ਤੇ, ਸਮਝਾਉਣ ਵਾਸਤੇ। ਗੁਰੂ ਤੇ ਆਪ ਪਰਮੇਸ਼ਰ ਹੈ, ਸਾਨੂੰ ਸਮਝਾਉਣ ਵਾਸਤੇ। ਹੇ ਜੀਵ, ਕੀ ਤੈਨੂੰ ਪਤਾ ਹੈ ਮੌਤ ਤੇਰੇ ਸਿਰ ਤੇ ਖੜੀ ਹੈ? ਤੂੰ ਨਹੀਂ ਸਮਝਦਾ। ਤੇ ਚੇਤੇ ਰੱਖੀ, ਕੋਈ ਸਲਾਹ, ਕੋਈ ਮਸ਼ਵਰਾ ਨਹੀਂ ਹੋਏਗਾ, ਕੋਈ ਇਜਾਜ਼ਤ ਨਹੀਂ ਲਈ ਜਾਏਗੀ। ਬਸ ਜਿੱਦਣ ਸਵਾਸ ਪੂਰੇ ਹੋ ਗਏ, ਉਦਣ ਤੈਨੂੰ ਫਿਰ ਮੌਤ ਦੇ ਫਰਿਸ਼ਤੇ ਲੈ ਜਾਣਗੇ। ਇਹ ਚੇਤੇ ਰੱਖੀ। ਹਾਂਜੀ। ਚੌਪਈ ਜੇ ਮਮ ਦਸ਼ਾ ਚਾਹੋ ਤੁਮ ਜਾਣਾ, श्रुत देकर सुन मौलाना। मौलवी जी, जेकर तुसी मेरी हालत सुननी है ना, दशा सुननी है, ਕੰਨ ਖੋਲ ਕੇ ਧਿਆਨ ਦੇ ਨਾਲ ਸੁਣਨਾ ਕਰੋ। श्री परमेश्वर नाम जुलीनो,
यहाँ ते तुम सो उत्तर दीनो। ਹੁਣ ਤੁਸੀਂ ਜਿਹੜਾ ਪਰਮੇਸ਼ਰ ਦਾ ਨਾਮ ਲਿਆ ਸੀ ਨਾ, ਮੈਨੂੰ ਰੱਬ ਦਾ ਅੱਲਾ ਦਾ ਵਾਸਤਾ ਦਿੱਤਾ ਸੀ ਨਾ, ਉਸ ਕਾਰਨ ਹੀ ਮੈਂ ਤੁਹਾਨੂੰ ਉੱਤਰ ਦੇਣ ਲੱਗਾ, ਨਹੀਂ ਤੇ ਮੈਂ ਨਹੀਂ ਸੀ ਬੋਲਣਾ। ਤੁਸੀਂ ਅੱਲਾ ਦਾ ਵਾਸਤਾ, ਤੁਸੀਂ ਰੱਬ ਦਾ ਵਾਸਤਾ ਦਿੱਤਾ ਸੀ, ਤੇ ਉਸ ਦੇ ਨਾਮ ਤੋਂ ਹੀ ਮੈਂ ਹੁਣ ਇਹ ਉੱਤਰ, ਇਹ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣ ਲੱਗਾ ਹਾਂ। जो मन समझियो दुनी मुकामू, सो जानो झूठो बिन नामू। ਆ ਜਿਹੜਾ ਤੁਸੀਂ ਸਮਝਦੇ ਹੋ ਨਾ ਦੁਨੀਆ ਪੱਕਾ ਟਿਕਾਣਾ ਹੈ, ਸਦੀਵੀ ਹੈ, ਇਹ ਪੱਕਾ ਟਿਕਾਣਾ ਨਹੀਂ ਹੈ, ਇਹਨੂੰ ਝੂਠ ਸਮਝੋ। ਸੋ ਜਾਨੋ ਝੂਠੋ ਬਿਨ ਨਾਮੂ, ਨਾਮ ਤੋਂ ਬਿਨਾ ਝੂਠਾ ਹੈ, ਕਿਉਂਕਿ ਹਸਤੀ ਉਹਦੀ ਇਸ ਸੰਸਾਰ 'ਤੇ ਹਮੇਸ਼ਾ ਰਹਿੰਦੀ ਹੈ, ਨਾਮਣਾ ਹਮੇਸ਼ਾ ਰਹਿੰਦਾ ਹੈ, ਜੋ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਰੱਬ ਨਾਲ ਜੁੜਿਆ ਹੈ ਸੁਰਤ ਤੋਂ। ਨਹੀਂ ਤੇ ਦੂਜਿਆਂ ਵਾਸਤੇ ਝੂਠੇ ਨੇ ਸਾਰੇ, ਇਹ ਸੰਸਾਰ ਝੂਠਾ ਹੈ। ਸੱਚ ਨੂੰ ਧਿਆਉਣ ਵਾਲਾ ਉਹਦੇ ਵਾਸਤੇ ਇਸ ਜਗ ਸੱਚੇ ਕੀ ਹੈ ਕੋਠੜੀ। ਤੇ ਜੇ ਜਿਹੜੇ ਝੂਠ ਨੂੰ ਧਿਆਉਂਦੇ ਨੇ, ਝੂਠ ਦਾ ਆਸਰਾ ਲੈਂਦੇ ਨੇ, ਤੇ ਝੂਠੇ ਸੰਸਾਰ ਨੂੰ ਸੱਚ ਕਰਕੇ ਮੰਨਿਆ ਜਿਨ੍ਹਾਂ ਨੇ, ਉਹਨਾਂ ਵਾਸਤੇ ਫਿਰ ਜਿਹੜਾ ਹੈ ਮਾਲਕ ਨੇ ਇੱਦਾਂ ਵੀ ਸਾਨੂੰ ਬਖਸ਼ਿਸ਼ ਕੀਤਾ ਹੈ ਪਾਵਨ ਬਚਨ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਸ ਲਈ ਮਾਲਕ ਜੀ ਕਹਿੰਦੇ ਨੇ, ਮੌਲਵੀ ਸਾਹਿਬ, ਇਹ ਜਿਹੜਾ ਟਿਕਾਣਾ ਹੈ ਨਾ, ਜਿਨ੍ਹਾਂ ਨੂੰ ਤੁਸੀਂ ਸੱਚ ਕਰਕੇ ਮੰਨਿਆ, ਨਾਮ ਤੋਂ ਬਿਨਾਂ ਝੂਠਾ ਹੈ। हर चंदोरी पुन कन छाया, सुपना जो बाजी गर माया। ਇਹ ਤੇ ਅਸਲ ਦੇ ਵਿੱਚ ਹਰੀ ਚੰਦ ਨਗਰੀ ਭਾਵ ਭੁਲੇਖੇ ਦੀ ਨਗਰੀ ਹੈ, ਬੱਦਲ ਦੀ। ਜਿਵੇਂ ਬੱਦਲ ਨਹੀਂ ਅਸਮਾਨ ਦੇ ਵਿੱਚ ਆ ਜਾਂਦੇ ਤੇ ਹਵਾ ਦਾ ਝਰੋਖਾ ਆਵੇ, ਇੱਕਦਮ ਹਵਾ ਆਵੇ ਤੇ ਉਹਨਾਂ ਨੂੰ ਉਡਾ ਕੇ ਲੈ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਬਸ ਇਹ ਦੁਨੀਆ ਇੱਦਾਂ ਦੀ ਹੈ, ਅੱਜ ਹੈ ਤੇ ਕੱਲ ਨੂੰ ਨਹੀਂ ਹੋ ਸਕਦੀ। ਤੇ ਇਸ ਲਈ ਜਿਹੜਾ ਹੈ ਸੁਪਨਾ ਜਿਉਂ ਬਾਜੀ ਕਰਮਾਇਆ, ਜਿਹੜੀ ਬਹੁਤ ਥੋੜ੍ਹਾ ਸਮਾਂ ਜਿਹੜਾ ਇਹ ਰਹਿੰਦੀ ਹੈ, ਇਹ ਬਦਲੀ, ਇਹ ਬੱਦਲ ਜਿਹੜੇ ਨੇ, ਤੇ ਦੁਨੀਆ ਦਾ ਇੱਕ ਜਿਹੜਾ ਹੈ ਨਾ, ਇਹ ਦੁਨੀਆ ਮਾਨੋ ਕਿ ਸੁਪਨੇ ਦੇ ਸਮਾਨ ਹੈ। ਜਿਵੇਂ ਬਾਜੀਗਰ ਆਪਣਾ ਝੂਠਾ ਜਾਦੂ ਵਿਖਾ ਕੇ ਨਾ ਲੋਕਾਂ ਨੂੰ ਛਲਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਵੀ ਬਾਜੀਗਰ ਦੀ ਖੇਡ ਦੀ ਤਰ੍ਹਾਂ ਹੈ। लाखे साच करे जो कहावा, अंत काल तय होए पछतावा। ਜਿਹੜਾ ਇਸ ਦੁਨੀਆ ਨੂੰ ਸੱਚੀ ਕਰਕੇ ਮੰਨ ਕੇ ਇਹਦੇ ਵਿੱਚ ਫਸ ਗਿਆ ਨਾ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅੰਤ ਨੂੰ ਫਿਰ ਉਹਦੇ ਪੱਲੇ ਕੇਵਲ ਪਛਤਾਵਾ ਰਹਿ ਜਾਂਦਾ, ਹੋਰ ਕੁਝ ਨਹੀਂ, ਪਛਤਾਵਾ। ਜਿਨ੍ਹਾਂ ਨੇ ਸੱਚ ਮੰਨ ਲਿਆ, ਤੇ ਜੇ ਅਸੀਂ ਝੂਠਾ ਮੰਨ ਲਿਆ, ਭਾਵ ਜਿਹੜਾ ਇਸ ਸੰਸਾਰ ਤੋਂ ਜਾਣਾ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਪਛਤਾਵਾ ਨਹੀਂ ਹੁੰਦਾ, ਉਹ ਫਿਰ ਪਛਤਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਇਹ ਸਮਝ ਹੁੰਦੀ ਹੈ ਕਿ ਇੱਕ ਨਾ ਇੱਕ ਦਿਨ ਤੇ ਜਾਣਾ ਹੈ, ਭਾਵੇਂ ਅੱਜ ਚੱਲ ਜਾਈਏ ਤੇ ਭਾਵੇਂ ਕੱਲ੍ਹ ਚੱਲ ਜਾਈਏ। ਅਲਾਣੀਆਂ ਦਾ ਬਚਨ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਬਾਬਾ ਨਾਗੜਾ ਆਇਆ ਜੱਗ ਮੈਂ, ਦੁੱਖ ਸੁੱਖ ਲੇਖ ਲਿਖਾਇਆ, ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ, ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ, ਕਾਮਣਿਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ, ਹੋਛੀ ਮਤ ਭਇਆ ਮਨ ਹੋਛਾ, ਗੁੜਸਾ ਮੱਖੀ ਖਾਇਆ, ਨਾਮ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਨਾ ਮਰਿਆਦਾ ਵਿੱਚ ਆਇਆ ਸੀ, ਮਰਿਆਦਾ ਤੋਂ ਭਾਵ ਤਨ 'ਤੇ ਕੱਪੜੇ ਨਹੀਂ ਸੀ, ਨੰਗਾ ਆਇਆ ਸੀ ਨਗਨ ਅਵਸਥਾ ਵਿੱਚ, ਤੇ ਗਿਆ ਇੱਥੋਂ, ਉਹ ਵੀ ਆਪ ਜਾਣਦੇ ਹੋ। ਕਫਨ ਪਾ ਦਿੱਤਾ ਜਾਂਦਾ ਹੈ, ਉਹ ਵੀ ਅਣਸੀਤਾ, ਸੀ ਕੇ ਨਹੀਂ ਪਾਇਆ ਜਾਂਦਾ, ਅਣਸੀਤਾ ਪਾਇਆ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹ ਦੁਨੀਆ ਇੱਦਾਂ ਦੀ ਹੈ, ਤੇ ਪਛਤਾਵਾ ਨਾ ਹੋਵੇ, ਤੇ ਇਸ ਕਰਕੇ ਚੰਗਾ ਇਹੋ ਹੀ ਹੈ ਕਿ ਇਹਨੂੰ ਝੂਠਾ ਮੰਨ, ਇਹ ਸਮਝ ਕਿ ਇਹ ਸੰਸਾਰ ਸਦੀਵੀ ਨਹੀਂ ਹੈ। ਜੋ ਜਾਣੇ ਮਿਥਿਆ ਪਾਸ਼ੀ, ਸੋ ਤਿਨ ਕੇ ਨ ਹੋਏ ਵਿਸ਼ਵਾਸੀ। ਜਿਹੜਾ ਦੁਨੀਆ ਨੂੰ ਮਿਥਿਆ ਸਮਝਦਾ, ਮਿਥਿਆ ਤੋਂ ਭਾਵ ਝੂਠਾ, ਝੂਠਾ ਸਮਝਦਾ ਹੈ ਨਾ, ਉਹ ਇਸ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦਾ। ਕਾਤੇ ਜਗਤ ਪਦਾਰਥ ਪ੍ਰੀਤਾ, ਹਉ ਨ ਕਰੋ ਜੇ ਹੋਏ
विपरीता। ਇਸ ਜਗਤ ਵਿੱਚ ਕੇਵਲ ਪਦਾਰਥ ਦੇ ਨਾਲ ਪ੍ਰੀਤ ਕੀਤੀ ਜਾਂਦੀ ਹੈ ਤੇ ਇਹ ਸੁਭਾਵਿਕ ਗੱਲ ਹੈ, ਸੱਚੀ ਗੱਲ ਹੈ। ਅਕਾਲ ਪੁਰਖ ਦੇ ਨਾਲ ਪ੍ਰੀਤ ਨਹੀਂ ਹੈ ਜਿੰਨਾ ਪਦਾਰਥਾਂ ਦੇ ਨਾਲ ਪ੍ਰੀਤ ਮਨੁੱਖ ਪਾਈ ਬੈਠਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਦੁਨਿਆਵੀ ਪਦਾਰਥਾਂ ਦੇ ਨਾਲ ਪ੍ਰੀਤ ਨਹੀਂ ਕਰਦਾ ਨਾ, ਉਸ ਵਿੱਚ ਫਿਰ ਹਉਮੈ ਮਰ ਜਾਂਦੀ ਹੈ। ਮੈਂ ਮੇਰੀ ਤੋਂ ਉਹ ਦੂਰ ਹੋ ਜਾਂਦਾ ਹੈ, ਉੱਠ ਜਾਂਦਾ ਹੈ ਉੱਪਰ, ਰੱਬ ਨਾਲ ਸੁਰਤ ਜੋੜ ਲੈਂਦਾ ਹੈ। ਸਿਰ ਪਰ ਡਰ ਨਿਤ ਅਜ਼ਰਾਈਲਾ, ਗੈਲੇ ਜਾਵੇ ਜੋ ਬਿਨ ਢੀਲਾ। ਸਿਰ ਉੱਤੇ ਜਿਹੜਾ ਹੈ ਹਮੇਸ਼ਾ ਅਜ਼ਰਾਇਲ ਫਰਿਸ਼ਤੇ ਦਾ ਡਰ ਰਹਿੰਦਾ ਹੈ, ਭਾਵ ਮੌਤ ਦਾ ਫਰਿਸ਼ਤਾ ਜਿਹੜਾ ਹੈ ਉਹ ਸਿਰ 'ਤੇ ਰਹਿੰਦਾ ਹੈ। ਤੇ ਜਿਹੜਾ ਕਿਸੇ ਢਿੱਲ ਜਾਂ ਦੇਰੀ ਤੋਂ ਬਗੈਰ ਜਿਹੜਾ ਫੜ ਕੇ ਲੈ ਜਾਏਗਾ, ਉਹਨੇ ਦੇਰੀ ਨਹੀਂ ਲਾਉਣੀ, ਉਹਨੇ ਲੈ ਜਾਣਾ ਇਸ ਸੰਸਾਰ ਤੋਂ। ਇਸ ਲਈ ਮਾਲਕ ਜੀ ਕਹਿੰਦੇ ਨੇ ਅਕਾਲ ਪੁਰਖ ਦੇ ਨਾਲ ਸੁਰਤ ਜੋੜ ਲੈ, ਕਿਉਂਕਿ ਅੰਤ ਸਮਾਂ ਜਿਹੜਾ ਹੈ ਨਾ ਤੇਰਾ ਆਉਣ ਵਾਲਾ ਹੈ, ਮੌਤ ਨੇ ਨਹੀਂ ਬਖਸ਼ਣਾ। 52 ਅੱਖਰੀ ਦਾ ਬਚਨ ਹੈ ਗੁਰੂ ਪੰਚਮ ਪਾਤਸ਼ਾਹ ਜੀ ਦਾ। ਮਾਲਕ ਕਹਿੰਦੇ ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾਂ ਵਿਸਾਸਾ ਦੇਹ ਕਾ। ਕੀ ਵਿਸ਼ਵਾਸ ਕਰਦੇ ਇੱਥੇ? ਆ ਸਰੀਰ ਤੇ ਜਿਹੜਾ ਇਤਨਾ ਕੁ ਲਾਗੇ ਠਨਕਾ, ਥੋੜ੍ਹੀ ਜਿਹੀ ਠੋਕਰ ਮੌਤ ਦੀ ਵੱਜਣੀ ਹੈ ਤੇ ਇਹੋ ਇੰਨਾ ਵੱਡਾ ਸਰੀਰ ਜਿਹੜਾ ਮਿੱਟੀ ਵਿੱਚ ਮਿਲ ਜਾਣਾ। ਦੇਖ ਫਰੀਦਾ ਮਿੱਟੀ ਡੁੱਲੀ, ਮਿੱਟੀ ਉੱਤੇ ਮਿੱਟੀ ਖੋਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ। ਇਹ ਮਿੱਟੀ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਤੇ ਸੱਚ ਕਰਕੇ ਮੰਨੇਗਾ ਨਾ, ਉਹ ਤੇ ਅਸਲ ਦੇ ਵਿੱਚ ਫਿਰ ਪਛਤਾਵਾ ਹੀ ਹੈ, ਕਿਉਂਕਿ ਮੌਤ ਨੇ ਕੋਈ ਢਿੱਲ ਨਹੀਂ ਰੱਖਣੀ ਹੈ ਆਪਣੇ ਵੱਲੋਂ। ਗੱਗਾ ਗੋਬਿੰਦ ਗੁਣ ਰਬੋ, ਸਾਸ ਸਾਸ ਜਪ ਨੀਤ, ਕਹਾਂ ਵਿਸਾਸਾ ਦੇਹ ਕਾ, ਬਿਲਮ ਨਾ ਕਰਿਓ ਮੀਤ। ਭਰੋਸਾ ਕੋਈ ਨਹੀਂ ਹੈ, ਇਸ ਕਰਕੇ ਦੇਰੀ ਨਾ ਕਰ ਰੱਬ ਨਾਲ ਜੁੜਨ ਤੋਂ। ਨਹਿ ਬਾਰਕ ਨਹਿ ਜੋਬਨੈ, ਨਹਿ ਬਿਰਦੀ ਕਛ ਬੰਧ। ਉਹਨੇ ਨਹੀਂ ਵੇਖਣਾ ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ। ਨਹਿ ਬਾਰਕ ਨਹਿ ਜੋਬਨੈ, ਨਹਿ ਬਿਰਦੀ ਕਛ ਬੰਧ। ਉਹ ਬੇਰਾ ਨਹੀਂ ਬੁੱਝੀਐ, ਜੋ ਆਏ ਪਰੇ ਜਮ ਫੰਦ। ਉਹ ਵੇਲਾ ਕਿਸੇ ਨੂੰ ਨਹੀਂ ਪਤਾ ਜਦੋਂ ਜਮਾਂ ਨੇ ਆ ਕੇ ਗਲ ਵਿੱਚ ਫਾਹੀ ਪਾ ਲੈਣੀ ਹੈ। ਗੁਰੂ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਮੌਤ ਕੋਈ ਢਿੱਲ ਨਹੀਂ ਕਰਦੀ। ਹਸ ਡਰ ਤਰ ਕਰ ਹੋਰ ਮਾਹੀ, ਪਾਉ ਵਿਵਹਾਰ ਹੋਤ ਹਿਤ ਨਾਹੀ। ਅਜਿਹਾ ਡਰ ਦਿਲ ਵਿੱਚ ਧਾਰ ਕੇ ਵੀ ਫਿਰ ਤੂੰ ਭਵ ਸਾਗਰ ਤੋਂ ਕਿਵੇਂ ਤਰੇਗਾ? ਨਹੀਂ ਤਰ ਸਕਦਾ। ਬਿਸਮੇ ਮਨ ਇਮ ਸੁਨਤ ਮੁਲਾਨਾ, ਸ੍ਰੀ ਗੁਰੂ ਸੋ ਪੁਨ ਬਚਨ ਬਖਾਨਾ। ਮੌਲਵੀ ਸਾਹਿਬ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਤੇ ਬੜੇ ਖੁਸ਼ ਹੋਏ ਤੇ ਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ ਨੇ ਤੇ ਇਹ ਅੰਦਰੋਂ ਅੰਦਰੀ ਹੈਰਾਨ ਵੀ ਹੋ ਰਹੇ ਹਨ। ਆਪ ਲਓ ਤੁਮਰੀ ਬਾਲਕ ਬੈਸਾ, ਬਚਨ ਉਚਾਰਤ ਹੋ ਮੁਖ ਕੈਸਾ। हे ਬਾਲਕ, ਤੁਹਾਡੀ ਉਮਰ ਤੇ ਅਜੇ ਬਹੁਤ ਛੋਟੀ ਹੈ। ਮੌਲਵੀ ਸਾਹਿਬ ਕਹਿੰਦੇ ਤੁਹਾਡੀ ਤੇ ਉਮਰ ਬੜੀ ਛੋਟੀ ਹੈ, ਪਰ ਗੱਲਾਂ ਤੁਸੀਂ ਸਿਆਣਿਆਂ ਵਰਗੀਆਂ ਕਰ ਰਹੇ ਹੋ। ਹਮਸੇ ਬ੍ਰਿਗ ਆਰ ਬਲ ਬੀਤੀ, ਤਿਨ ਕੋ ਚਾਹੀਅਤ ਹੈ ਅਸਰੀਤੀ। ਅਸੀਂ ਬੁੱਢੇ ਹੋ ਗਏ ਹਾਂ, ਸਾਡੀ ਕਿੰਨੀ ਉਮਰ ਬੀਤ ਚੁੱਕੀ ਹੈ। ਸਾਡੀ ਉਮਰ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਨੀਆਂ ਬਣਦੀਆਂ ਨੇ, ਅਸੀਂ ਕਰ ਸਕਦੇ ਹਾਂ, ਪਰ ਤੁਹਾਡੇ ਤੇ ਜੀਵਨ ਦੀ ਸ਼ੁਰੂਆਤ ਹੈ ਤੇ ਤੁਸੀਂ ਹੁਣ ਤੋਂ ਹੀ ਇਹ ਗੱਲਾਂ ਕਰ ਰਹੇ ਹੋ। ਅਬ ਬਾਲਕ ਲੀਲਾ ਉਰ ਤਰੀਏ, ਏਕ ਫਿਕਰ ਕੋ ਜ਼ਿਗਰ ਨ ਕਰੀਏ। ਹੁਣ ਬਾਲ ਲੀਲਾ ਨੂੰ ਹਿਰਦੇ ਵਿੱਚ ਧਾਰਨ ਕਰੋ, ਭਾਵ ਬੱਚਿਆਂ ਨਾਲ ਖੇਡੋ, ਫਿਰ ਉਸੇ ਪ੍ਰਕਾਰ ਤੁਸੀਂ ਆਪਣਾ ਸੁਭਾਅ ਲੈ ਕੇ ਆਓ। ਇਹ ਵਿਦਵਾਨਾਂ ਵਾਲੀਆਂ ਸਿਆਣਿਆਂ ਵਾਲੀਆਂ ਗੱਲਾਂ ਤੁਹਾਡੇ ਤੇ ਸ਼ੋਭਦੀਆਂ ਨਹੀਂ, ਤੁਸੀਂ ਬੱਚੇ ਹੋ ਹਾਲੇ। ਕਰੁਣ ਹੋਏ ਤਨ ਬਨਤਾ ਸੰਗਾ, ਸੁਖ ਭੋਗੋ ਕਰ ਹਿਰਦੈ ਉਮੰਗਾ। ਜਵਾਨ ਹੋ ਕੇ ਫਿਰ ਅਸਲ ਦੇ ਵਿੱਚ ਜਿਹੜਾ ਹੈ ਤੁਸੀਂ ਮਾਤਾ ਪਿਤਾ ਨੂੰ ਸੁੱਖ ਦਿਓ, ਤੁਹਾਡਾ ਫਿਰ ਨਿਕਾਹ ਹੋਵੇ, ਉਹਨਾਂ ਦੇ ਲਫ਼ਜ਼ ਵਿੱਚ ਮੈਂ ਕਹਿ ਰਿਹਾ, ਭਾਵ ਕਹਿਣ ਤੋਂ ਕਿ ਸ਼ਾਦੀ ਹੋਵੇ, ਆਨੰਦ ਕਾਰਜ ਹੋਵੇ, ਤੇ ਫਿਰ ਤੁਸੀਂ ਹਿਰਦੇ ਦੀਆਂ ਉਮੰਗਾਂ ਅਨੁਸਾਰ ਜਿਹੜਾ ਹੈ ਨਾ ਉਹ ਸੁੱਖ ਭੋਗੋ। ਅਸ ਬਿਦ ਬ੍ਰਿਧ ਹੋਏ ਕਰ ਕੀਜੈ,
अब सन बंधन को सुख दीजै। ਇਸ ਤਰ੍ਹਾਂ ਦੇ ਬਜ਼ੁਰਗ ਹੋ ਕੇ ਤੁਸੀਂ ਕੀ ਕਰਨਾ ਹੈ? ਭਾਵ ਸਿਆਣੀਆਂ ਗੱਲਾਂ ਕਰਕੇ ਤੁਸੀਂ ਕੀ ਚਾਹੁੰਦੇ ਜੋ? ਹੁਣ ਆਪਣੇ ਸਾਗ ਸੰਬੰਧੀਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਤੁਸੀਂ ਸੁੱਖ ਭੋਗੋ। श्री नानक सुन कर ते बानी, जो बेमुक्ता पद कर सानी। ਗੁਰੂ ਸਾਹਿਬ ਜੀ ਨੇ ਜਦੋਂ ਇਹ ਬਚਨ ਸੁਣੇ ਨੇ ਮੁਲਾਣੇ ਤੋਂ, ਮੌਲਵੀ ਸਾਹਿਬ ਤੋਂ ਬਚਨ ਸੁਣ ਕੇ, ਉਹ ਬਚਨ ਵੀ ਉਹੋ ਜਿਹੇ ਨੇ ਬੇਮੁਖਤਾ ਵਾਲੇ। ਬੇਮੁਖਤਾ ਤੋਂ ਭਾਵ ਹੈ ਜਿਹੜਾ ਰੱਬ ਨਾਲੋਂ ਤੋੜ ਰਿਹਾ। ਗੁਰੂ ਸਾਹਿਬ ਜੀ ਹੁਣ ਇਹ ਬਚਨ ਸੁਣ ਕੇ ਜਿਹੜਾ ਹੈ ਨਾ, ਫਿਰ ਮਾਲਕ ਨੇ ਗੱਲਬਾਤ ਜਦੋਂ ਸੁਣੀ ਹੈ, ਹੁਣ ਉੱਤਰ ਦੇਣਗੇ। बोले परम मनोहर बचना, जिन में उपदेश की रचना। ਉਹਨਾਂ ਫਿਰ ਜਿਹੜਾ ਹੈ ਆਪਣੇ ਮੁਖ ਤੋਂ ਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ ਕਿ ਜਿਹੜੇ ਸਾਰੇ ਉਪਦੇਸ਼ਾਂ ਦੇ ਨਾਲ ਭਰੇ ਹੋਏ ਸਨ। ਜੋ ਤੂੰ ਲਖੇ ਯਾਰ ਬਲਸਾਰੀ, ਬਿਨਾ ਭਜਨੇ ਜਾਤ ਬੇਕਾਰੀ। ਜੋ ਤੁਸੀਂ ਕਹਿ ਰਹੇ ਹੋ ਨਾ, ਮੈਂ ਬੁਢੇਪੇ ਵਿੱਚ ਆ ਗਿਆ, ਲੰਬੀ ਆਰਜੂ ਭੋਗ ਚੁੱਕਾ ਹਾਂ, ਮੌਲਵੀ ਜੀ ਇਹ ਸਾਰੀ ਉਮਰ ਠੀਕ ਹੈ, ਪਰ ਭਜਨ ਤੋਂ ਬਗੈਰ, ਵਾਹਿਗੁਰੂ ਦੇ ਨਾਮ ਤੋਂ ਬਗੈਰ ਅਸਲ ਦੇ ਵਿੱਚ ਇਹ ਜਿਹੜੀ ਉਮਰ ਹੈ ਨਾ, ਉਹ ਵਿਅਰਥ ਹੈ। ਸੋ ਬਰਕ ਹਾਰ ਬਲ ਪ੍ਰਾਨੀ, ਜੇ ਜੀਵੈ ਤਿਨ ਕਹੋ ਕਹਾਣੀ। ਅਸਲ ਦੇ ਵਿੱਚ ਜੇ ਇਨਸਾਨ ਦੀ 100 ਸਾਲ ਭਾਵ ਜਿਹੜਾ 100 ਸਾਲ ਵੀ ਉਮਰ ਹੋ ਜਾਵੇ ਨਾ, ਜਿਸ ਤਰ੍ਹਾਂ ਉਹ ਜਿਉਂਦਾ ਹੈ, ਇਸ ਦੀ ਕਹਾਣੀ ਜਿਹੜੀ ਹੈ ਮੈਂ ਦੱਸਦਾ ਹਾਂ। ਅਰਦ ਨੀਂਦ ਬਸ ਕਰਤੇ ਹੋ ਸੈਨਾ, ਗੁਦਰ ਗਏ ਲਖਿਓ ਨਿਜ ਨੈਣਾ। ਮਾਲਕ ਜੀ ਕਹਿਣ ਲੱਗੇ ਅੱਧੀ ਉਮਰ ਇਉਂ ਸੁੱਤਿਆਂ ਹੀ ਬੀਤ ਜਾਂਦੀ ਹੈ, ਬਤਾ ਦਿੰਦਾ ਹੈ। ਤੇ ਇਹ ਬੀਤ ਰਹੀ ਉਮਰ ਜਿਹੜੀ ਹੈ, ਇਸ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਦਾ ਹੈ। ਭਾਵ ਮੌਲਵੀ ਸਾਹਿਬ ਨੂੰ ਜਿਹਦੇ ਅੰਦਰ ਇਹ ਸ਼ੰਕਾ ਹੈ ਨਾ, ਜਿਹਦੇ ਅੰਦਰ ਇਹ ਆਪਣੀ ਵਿਦਵਤਾ ਵੀ ਹੈ, ਕਹਿ ਲਓ ਸਿਆਣਪ ਨੂੰ ਲੈ ਕੇ ਆਮ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜਦੋਂ ਮੰਨ ਲਓ ਕਿ ਵਡੇਰੀ ਉਮਰ ਦਾ ਕੋਈ ਹੈ ਨਾ, ਤੇ ਅੱਗੇ ਕੋਈ ਛੋਟੀ ਉਮਰ ਦਾ ਕੋਈ ਵਿਦਵਾਨ ਹੋਵੇ, ਕੋਈ ਸਿਆਣੀਆਂ ਗੱਲਾਂ ਕਰਨ ਵਾਲਾ ਹੋਵੇ, ਤੇ ਬਜ਼ੁਰਗ ਇੱਕ ਗੱਲ ਕਹਿੰਦਾ, ਮੇਰੀ ਵਾਲ ਚਿੱਟੇ ਹੋ ਗਏ ਮੇਰੇ। ਭਾਵੇਂ ਜਣਾਉਣਾ ਚਾਹੁੰਦਾ ਹੈ ਕਿ ਮੇਰੇ ਕੋਲ ਬੜੀ ਸਮਝ ਹੈ, ਪਰ ਗੁਰੂ ਸਾਹਿਬ ਜੀ ਇੱਕ ਗੱਲ ਸਮਝਾਉਂਦੇ ਨੇ ਕਿ ਇੱਥੇ ਜਿਹੜਾ ਹੈ ਉਮਰ ਦਾ ਤਕਾਜ਼ਾ ਕਦੀ ਨਾ ਕਰੇ। ਇੱਥੇ ਲਾਲ ਚੰਦ ਵਰਗੇ ਵੀ ਆਏ ਨੇ ਜਿਨ੍ਹਾਂ ਨੇ ਆਪਣੀ ਉਮਰ ਨੂੰ ਵੇਖਿਆ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਹਿੰਦੇ ਤੇ 5 ਸਾਲ ਦਾ ਹੈ। ਇਹ ਕਿਵੇਂ ਹੋ ਸਕਦਾ ਹੈ? ਕਹਿਣ ਤੋਂ ਬਾਅਦ ਬੜੀਆਂ ਉਦਾਹਰਨਾਂ ਨੇ ਜਿੱਥੇ ਮਾਲਕ ਜੀ ਨੇ ਜਿਹੜਾ ਹੈ ਕਿਰਪਾ ਕੀਤੀ ਹੈ, ਸਾਨੂੰ ਇਸ ਚੀਜ਼ ਤੋਂ ਉੱਪਰ ਚੁੱਕਿਆ ਹੈ। ਇੱਥੇ ਉਮਰ ਦੀ ਗੱਲ ਨਹੀਂ ਹੈ, ਇੱਥੇ ਸਿਆਣਪ ਜਿਹੜਾ ਹੈ 7 ਸਾਲ ਦੇ ਬਾਬਾ ਫਤਿਹ ਸਿੰਘ ਵਿੱਚ ਵੀ ਹੈ। ਉਹ ਵੀ ਮੰਨੋ ਕਿ ਛੋਟੀ ਮੋਟੀ ਸਮਝ ਲੈ ਕੇ ਨਹੀਂ ਬੈਠੇ। ਅੱਜ ਉਹਨਾਂ ਨੂੰ ਆਪਾਂ ਬਾਬਾ ਫਤਿਹ ਸਿੰਘ ਕਹਿੰਦੇ ਹਾਂ। ਕਿਉਂ? ਕਿਉਂਕਿ ਉਹਨਾਂ ਦੀ ਉਮਰ ਭਾਵੇਂ ਛੋਟੀ ਹੈ, ਪਰ ਉਹਨਾਂ ਦੀ ਸਮਝ ਸਾਡੇ ਤੋਂ ਵੀ ਵੱਡੀ, ਬਹੁਤ ਵੱਡੀ ਹੈ। ਇਸ ਲਈ ਗੁਰੂ ਸਾਹਿਬ ਜੀ ਹੁਣ 100 ਸਾਲ ਉਮਰ ਮਨੁੱਖ ਕਿਵੇਂ ਨਾਮ ਤੋਂ ਬਿਨਾਂ ਬਤੀਤ ਕਰਦਾ ਹੈ, ਮੌਲਵੀ ਸਾਹਿਬ ਨੂੰ ਗੁਰੂ ਸਾਹਿਬ ਜੀ ਵਿਸਥਾਰ ਦੇ ਨਾਲ ਸਮਝਾਉਣਗੇ। ਤੇ ਅੱਗੇ ਜਿਹੜਾ ਸ਼ਬਦ ਹੈ ਸੰਪੂਰਨ, ਤਿਸ ਦੀ ਵੀ ਵਿਆਖਿਆ ਕਰਕੇ ਮਾਲਕ ਜੀ ਮੌਲਵੀ ਸਾਹਿਬ ਦੇ ਕਬਾੜ ਖੋਲ੍ਹਣਗੇ। ਤੇ ਜਿੰਨੇ ਵੀ ਖਲੋਤੇ ਨੇ ਉੱਥੇ ਬੈਠੇ ਨੇ, ਸਾਰੇ ਸੁਣ ਰਹੇ ਨੇ ਕਿਵੇਂ ਸਤਿਗੁਰੂ ਜੀ ਸ਼ਬਦ ਦੇ ਰਾਹੀਂ ਉਧਾਰ ਕਰਨਗੇ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। हे अच्युत हे पूरन हे सर्व मैं, हे संगी हे निरंकार, हे गोविंद हे गुण निधान, हे अपरंपर हर हरे, हे संतां कै सदा संग, हे ठाकुर हों दासरो, नानक दीजै नाम दा।
ਆਏ ਪ੍ਰਭ ਸ਼ਰਨਾਗਤੀ ਪਾਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਆਏ ਪ੍ਰਭ ਸ਼ਰਨਾਗਤੀ ਪਾਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।